परम सन्मानयोग सत्कारयोग गुरु सवारी गुरु प्यारी गुरु का खास रूप खालसा साध संगत जीव सतगुरां दी अत्यंत बख्शिश दी सदका ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਮਿਲ ਜੁਲ ਕੇ ਅੰਮ੍ਰਿਤ ਵੇਲੇ ਤੋਂ ਲੈ ਕਰ ਸਤਿਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜੁੜ ਮਿਲ ਬੈਠ ਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਧੁਰ ਦਰਗਾਹੀ ਬਚਨਾਂ ਨੂੰ ਪੜ੍ਹਦੇ ਸੁਣਦੇ ਆ ਰਹੇ ਹਾਂ। ਮਹਾਰਾਜ ਗਰੀਬ ਨਵਾਜ਼ ਦਿਆਲੂ ਕਿਰਪਾਲੂ ਸਤਿਗੁਰੂ ਜੀ ਸਾਡੇ ਜੀਵਾਂ ਤੇ ਕਿਰਪਾਲਤਾ ਕਰਦਿਆਂ ਹੋਇਆਂ ਮਿਹਰਬਾਨੀ ਕਰਦਿਆਂ ਹੋਇਆਂ ਸਾਨੂੰ ਸੰਸਾਰੀਆਂ ਨੂੰ ਨਿਰੰਕਾਰ ਦੇ ਬਚਨਾਂ ਦੇ ਨਾਲ ਸਮਝਾਉਣ ਦਾ ਯਤਨ ਕਰਦੇ ਨੇ। ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਤੱਕ ਕਿਸ ਤਰ੍ਹਾਂ ਪਹੁੰਚਣਾ ਹੈ ਕੇਵਲ ਉਹੀ ਦੱਸ ਸਕਦਾ ਹੈ ਜਿਹੜਾ ਉੱਥੇ ਪਹੁੰਚਿਆ ਹੋਵੇ, ਜਾਂ ਉਹ ਦੱਸ ਸਕਦਾ ਹੈ ਜਿਹਦੇ ਕੋਲ ਪਹੁੰਚਣਾ ਹੋਵੇ। ਬਈ ਇੱਥੋਂ ਚੱਲੇਂਗਾ ਇੱਧਰ ਨੂੰ ਆ ਜਾਈਂ, ਦਾਇਨ ਨਾ ਮੁੜੀ ਬਾਇਨ ਨਾ ਮੁੜੀ, ਸਿੱਧਾ ਚੱਲਿਆ ਆਵੀਂ, ਉਹ ਦੱਸ ਸਕਦਾ ਹੈ। ਉਹ ਮਾਲਕ ਦੇ ਬੋਲ, ਮਾਲਕ ਦੀ ਬਾਣੀ, ਤੁਰਕੀ ਬਾਣੀ ਪਹੁੰਚੀਆਂ ਹੋਈਆਂ ਜਿਹੜੀਆਂ ਆਤਮਾਵਾਂ ਨੇ, ਭਗਤ ਰੂਪ ਗੁਰੂ ਸਾਹਿਬਾਨ, ਸਿੱਖ ਸਾਹਿਬਾਨ, ਭੱਟ ਸਾਹਿਬਾਨ, ਸੰਤ ਸਾਹਿਬਾਨ, ਉਹਨਾਂ ਨੇ ਸਾਨੂੰ ਉਹ ਮਾਰਗ ਰੱਬ ਦੇ ਬੋਲ ਜਿਹੜੇ ਨੇ ਦਰਸਾਏ ਨੇ। ਮਹਾਰਾਜ ਸੱਚੀ ਸਰਕਾਰ ਉਸ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਦੇ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1377 ਅੰਗ ਦੇ ਉੱਪਰ ਮਹਾਰਾਜ ਕਬੀਰ ਸਾਹਿਬ ਆਪਣੀ ਰਚਨਾ ਦੇ ਦੁਆਰਾ ਉਹ ਪਾਵਨ ਪਵਿੱਤਰ ਬਚਨ ਸਾਨੂੰ ਸੁਣਾਉਂਦੇ ਨੇ। ਮਹਾਰਾਜ ਕਬੀਰ ਸਾਹਿਬ ਸੰਸਾਰ ਦੇ ਜੀਵਾਂ ਨੂੰ ਸਮਝਾਉਂਦੇ ਨੇ। ਸੰਸਾਰ ਦੇ ਅੰਦਰ ਆ ਕਰਕੇ ਜਿਸ ਪ੍ਰਾਣੀ ਦੇ, ਜਿਸ ਜੀਵ ਦੇ ਭਾਗ ਸਵੱਲੜੇ ਹੋਵਨ, ਜਿਹਦੇ ਮਸਤਕ ਦੇ ਭਾਗ ਚੰਗੇ ਜਾਗ ਪੈਣ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨੂੰ ਜਿਹੜਾ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਸਤਿਗੁਰੂ ਦਾ ਦੀਦਾਰ ਹੁੰਦਾ ਹੈ। ਉਹ ਸਤਿਗੁਰੂ ਦੇ ਬਚਨਾਂ ਨੂੰ ਪੜ੍ਹਦਾ ਹੈ, ਬਚਨਾਂ ਨੂੰ ਸੁਣਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਜਦੋਂ ਹਿਰਦੇ ਦੇ ਅੰਦਰ ਸਤਿਗੁਰੂ ਦੇ ਬਚਨ ਵਸੇ ਹੋਣ, ਤਨ ਨੇ ਵੀ ਸੰਗ ਗੁਰੂ ਦਾ ਕੀਤਾ ਹੋਵੇ, ਗੁਰ ਸੰਗਤ ਦਾ ਕੀਤਾ ਹੋਵੇ, ਮਨ ਨੇ ਅੰਦਰੋਂ ਮਾਲਕ ਦੇ ਗੁਣਾਂ ਨੂੰ ਗਾਇਆ ਹੋਵੇ, ਮਨ ਨੇ ਬਚਨਾਂ ਦਾ ਸੰਗ ਕੀਤਾ ਹੋਵੇ, ਤਨ ਨੇ ਸੰਗਤ ਦਾ ਸੰਗ ਕੀਤਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਜਿਹਨੂੰ ਇਹ ਪ੍ਰਾਪਤ ਹੋ ਜਾਵੇ ਸਮਾਂ, ਤੇ ਸੱਚੀ ਸਰਕਾਰ ਕਹਿੰਦੇ ਨੇ ਫਿਰ ਮੁਕਤ ਪਦਾਰਥ ਪਾਈਏ, ਮੁਕਤੀਆਂ ਤੇਰੇ ਅੱਗੇ ਪਿੱਛੇ ਤੁਰੀਆਂ ਫਿਰਨਗੀਆਂ। ਤੇ ਬੰਦਗੀ ਕਰਨ ਵਾਲਾ ਮੁਕਤ ਬੱਪੜੀ ਭੀ ਗਿਆਨੀ ਤਿਆਗੇ। ਜੇ ਗੁਰੂ ਨੂੰ ਛੱਡ ਕੇ, ਅਕਾਲ ਨੂੰ ਛੱਡ ਕੇ ਮੁਕਤੀ ਮਿਲਦੀ ਹੋਵੇ
ਗਿਆਨਵਾਨ ਉਹਨੂੰ ਵੀ ਠੁਕਰਾ ਦਿੰਦਾ, ਮੈਨੂੰ ਨਹੀਂ ਚਾਹੀਦੀ, ਮੈਨੂੰ ਗੁਰੂ ਦੇ ਚਰਨ ਚਾਹੀਦੇ, ਗੁਰੂ ਦਾ ਸੰਗ ਚਾਹੀਦਾ ਹੈ। ਮਹਾਰਾਜ ਸਾਹਿਬ ਕਹਿੰਦੇ ਸਭ ਪਦਾਰਥ ਲੋਕ ਦੇ ਪਰਲੋਕ ਦੇ ਪਾਈਏ ਪ੍ਰਾਪਤ ਕਰ ਲਈਦੇ ਨੇ। ਲੋਕ ਦੀ ਸੋਭਾ ਪਰਲੋਕ ਦੀ ਸੋਭਾ ਪਾਈਏ ਪ੍ਰਾਪਤ ਕਰ ਲਈਦੀ। ਜੇ ਤਨ ਕਰ ਸੰਗਤ ਪ੍ਰਾਪਤ ਹੋਵੇ, ਤਨ ਸੰਗਤ ਵਿੱਚ ਹੋਵੇ, ਮਨ ਨੇ ਸੰਗ ਬਾਣੀ ਦਾ ਕੀਤਾ ਹੋਵੇ, ਨਾਮ ਦਾ ਕੀਤਾ ਹੋਵੇ, ਗੁਣ ਗਾਏ ਹੋਣ ਪ੍ਰਭੂ ਦੇ, ਉਹਦੀ ਕਿਰਪਾ ਹੋ ਜਾਂਦੀ। ਮਹਾਰਾਜ ਮਿਹਰ ਕਰਦੇ ਨੇ। ਫਿਰ ਇਹਨਾਂ ਸੁੱਖਾਂ ਵਿੱਚ, ਇਹਨਾਂ ਸਨੇਹਾਂ ਵਿੱਚ, ਇਸ ਪ੍ਰੇਮ ਵਿੱਚ ਪਰਮਾਤਮਾ, ਜੀਵਾਤਮਾ ਔਰ ਅਧਿਆਤਮਕ ਪਦਾਰਥ ਪ੍ਰਾਪਤ ਹੋਵਨ ਵਿੱਚ ਮਹਾਰਾਜ ਕਹਿੰਦੇ ਠਾਕ ਨਾ ਅਵਕਟ ਘਾਟ। ਮਹਾਰਾਜ ਸਾਹਿਬ ਕਹਿੰਦੇ ਕੋਈ ਰੋਕਥਾਮ ਨਹੀਂ ਕਰ ਸਕੇਗਾ। ਜਦੋਂ ਤੂੰ ਸੰਗਤ ਵਿੱਚ ਆਉਣ ਲੱਗ ਪਿਆ, ਰੱਬ ਦੇ ਗੁਣ ਗਾਉਣ ਲੱਗ ਪਿਆ, ਰੱਬ ਨੂੰ ਧਿਆਉਣ ਲੱਗ ਪਿਆ, ਦੇਣ ਵਾਲਾ ਦਾਤਾ ਉਹ ਆ, ਮਿਲਾਪ ਤੇਰਾ ਉਹਦੇ ਨਾਲ ਤਾਂ ਹੋਣਾ ਜੇ ਉਹਦੇ ਮਿਲਿਆ ਹੋਇਆ ਬਖਸ਼ਿਆਂ ਦਾ ਸੰਗ ਕਰੇਗਾ। ਮਹਾਰਾਜ ਸਾਹਿਬ ਕਹਿੰਦੇ ਫਿਰ ਕੋਈ ਰੋਕਥਾਮ ਨਹੀਂ ਹੋਵੇਗੀ ਕਿ ਤੈਨੂੰ ਆ ਵਸਤੂ ਮਿਲਣੀ ਹੈ, ਆ ਨਹੀਂ ਮਿਲਣੀ, ਜੋ ਚਾਹੇ ਉਹ ਮਿਲੇਗਾ। ਮਹਾਰਾਜ ਕਬੀਰ ਸਾਹਿਬ ਜੀ ਨੇ ਜਦ ਇਹ ਸਮਝਾਇਆ ਕਿ ਸੰਗ ਸਾਧੂ ਦਾ ਕਰ, ਸਾਧ ਸੰਗਤ ਦਾ ਕਰ, ਇਹਦਾ ਬਹੁਤਾ ਲਾਭ ਹੈ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣ ਲੱਗੇ, ਕਬੀਰ ਏਕ ਘੜੀ ਆਦੀ ਘਰੀ, ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ, ਜੋ ਕੀਨੇ ਸੋ ਲਾਭ। ਮਹਾਰਾਜ ਕਬੀਰ ਸਾਹਿਬ ਕਹਿਣ ਲੱਗੇ, ਦੁਨੀਆ ਦੇ ਲੋਗੋ, ਸੰਸਾਰ ਦੇ ਅੰਦਰ ਸਮਾਂ ਆਪਣੀ ਚਾਲੀ ਚੱਲਦਾ ਹੈ। ਸਮੇਂ ਦਾ ਵਿਦਵਾਨਾਂ ਨੇ ਮਾਪਦੰਡ ਬਣਾਇਆ। ਅੱਖ ਦੇ ਖੋਲ੍ਹਣ ਬੰਦ ਕਰਨ ਨੂੰ ਨਿਮਖ ਕਹਿੰਦੇ ਨੇ। 15 ਵੇਰ ਅੱਖ ਖੁੱਲ੍ਹ ਜਾਏ, ਬੰਦ ਹੋ ਜਾਵੇ, ਇੱਕ ਵਿਸ਼ਾ ਬਣ ਜਾਂਦਾ ਹੈ। 15 ਐਉਂ ਕਹਿ ਲਓ, 15 ਵਿਸ਼ਿਆਂ ਦਾ ਔਰ ਨਿਮਖਾਂ ਦਾ ਇੱਕ ਵਿਸ਼ਾ ਹੁੰਦਾ ਹੈ। 15 ਕੋ ਵਿਸ਼ੇ ਜਿਹੜੇ ਇਕੱਠੇ ਹੋ ਜਾਣ ਤੇ ਅੱਗੇ ਜਾ ਕੇ ਔਰ ਪਿਆਰਿਓ ਉਹਦਾ ਸਮਾਂ ਪਲ ਬਣ ਜਾਂਦੇ ਨੇ, ਘੜੀਆਂ ਬਣ ਜਾਂਦੀਆਂ ਨੇ। ਤੇ ਅੱਗੇ 7.5 ਘੜੀਆਂ ਜਿਹੜੀਆਂ ਨੇ, ਉਹਦਾ ਇੱਕ ਪਹਿਰ ਬਣ ਜਾਂਦਾ ਹੈ। 8 ਪਹਿਰਾਂ ਦਾ ਦਿਨ ਰਾਤ ਬਣ ਜਾਂਦਾ ਹੈ। ਐਉਂ ਕਰਕੇ ਵਿਦਵਾਨ ਬੜੀ ਬਰੀਕੀ ਦੇ ਵਿੱਚ ਗਏ ਨੇ। ਕਹਿਣ ਲੱਗੇ ਔਰ ਇੱਕ ਨਿਮਖ ਔਰ ਉਹਦੇ ਤੋਂ ਅੱਗੇ ਵਿਸ਼ਾ, ਚਸੇ, ਘੜੀਆਂ, ਮਹੂਰਤ, ਐਉਂ ਸਮਾਂ ਨਿਕਲਦਾ ਜਾ ਰਿਹਾ ਹੈ। ਜਿਹੜੀ ਘੜੀ ਦਾ ਸਮਾਂ ਹੈ ਨਾ, ਜਿਹਨੂੰ ਮਹਾਰਾਜ ਕਬੀਰ ਸਾਹਿਬ ਨੇ ਕਿਹਾ ਹੈ, ਅੱਜ ਦੇ ਹਿਸਾਬ ਨਾਲ ਇਹਨੂੰ ਢਾਲਣਾ ਕਰੀਏ ਤੇ 24 ਮਿੰਟ ਬਣਦੇ ਨੇ ਤੇ 60 ਘੜੀਆਂ ਬਣ ਜਾਂਦੀਆਂ ਨੇ ਦਿਨ ਦੀਆਂ। 24 ਮਿੰਟ ਬਣਦੇ ਘੜੀ ਦੇ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਦੁਨੀਆ ਦੇ ਲੋਗੋ, ਸਾਧੂ ਦਾ ਸੰਗ ਕਰਨਾ ਹੈ, ਸਾਧ ਸੰਗਤ ਕਰਨੀ, ਸਤਿਗੁਰੂ ਦਾ ਸੰਗ ਕਰਨਾ ਹੈ, ਨਾਮ ਜਪਣਾ ਹੈ। ਮਨੁੱਖ ਕਹਿੰਦਾ ਮੇਰੇ ਕੋਲ ਸਮਾਂ ਨਹੀਂ, ਮੈਂ ਸਾਰੀ ਦਿਹਾੜੀ ਨਹੀਂ ਜਪ ਸਕਦਾ। ਵੈਸੇ ਤਾਂ ਕੋਈ ਦਿੱਕਤ ਨਹੀਂ, ਜਦ ਚੇਤਾ ਆ ਜੇ ਤੁਰਦਾ ਫਿਰਦਾ ਜਪ ਲਵੇ। ਫਿਰ ਵੀ ਇਹ ਐਉਂ ਕਰਦਾ ਜਿਵੇਂ ਰੱਬ ਨੂੰ ਅਹਿਸਾਨ ਕਰਨਾ ਹੋਵੇ। ਮੈਂ ਨਹੀਂ ਜਪ ਸਕਦਾ, ਮੇਰੇ ਕੋਲ ਤਾਂ ਇੰਨਾ ਕੁ ਸਮਾਂ ਮਸਾਂ ਨਿਕਲਦਾ ਹੈ। ਤੇ ਜੇ ਰੱਬ ਕਹੇ ਬਈ ਇੰਨੀ ਕੁ ਦਾਤ ਮੇਰੇ ਕੋਲੋਂ ਮਸਾਂ ਤੈਨੂੰ ਦੇਣ ਨੂੰ ਨਿਕਲੀ ਹੈ, ਨਹੀਂ ਮੈਂ ਦੇ ਸਕਦਾ ਤੈਨੂੰ,
ਤੂੰ ਜਿਹੜੇ ਬੋਲ ਸਾਰੀ ਦਿਹਾੜੀ ਬੋਲਦਾ, ਜਿਹਨੂੰ ਯਾਦ ਕਰਨਾ ਉਹਦੇ ਤੋਂ ਲੈ ਲੈ। ਮੈਂ ਤਾਂ ਤੈਨੂੰ 2 ਵਕਤ ਦੀ ਰੋਟੀ ਮਸਾਂ ਦੇ ਸਕਦਾ, ਬਾਕੀ ਕੁਝ ਨਹੀਂ ਦੇ ਸਕਦਾ। ਤੇ ਫਿਰ ਆਪਣਾ ਕੀ ਬਣੇਗਾ, ਹਿਸਾਬ ਲਾ ਲੈਣਾ। ਪਰ ਪਰਮਾਤਮਾ ਇੰਨਾ ਦਿਆਲੂ ਆ, ਇੰਨਾ ਕਿਰਪਾਲੂ ਆ, ਉਹ ਸਾਡੇ ਇਹਨਾਂ ਚਾਤਰੀਆਂ ਨੂੰ ਜਾਣਦਾ ਵੇ, ਇਹਨਾਂ ਗੁਸਤਾਖੀਆਂ ਨੂੰ ਜਾਣਦਾ ਵੇ ਕਿ ਜੀਵ ਜਾਣ ਕੇ ਟਾਲ ਮਟੋਲੇ ਕਰਦੇ, ਫੇਰ ਵੀ ਉਹ ਨਕਾਰਦਾ ਨਹੀਂ, ਫੇਰ ਵੀ ਉਹ ਦਾਤਾਂ ਦਿੰਦਾ ਹੈ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਸਜਣਾ ਤੂੰ ਇੰਨਾ ਸਮਾਂ ਨਹੀਂ ਕੱਢ ਸਕਦਾ। ਤੇ ਜਿਹਨੂੰ ਅਸੀਂ ਦਸਵੰਧ ਦੀ ਪ੍ਰਥਾ ਕਹਿੰਦੇ ਨਾ, ਵਿਦਵਾਨਾਂ ਨੇ ਵੀ ਕਿਹਾ ਹੈ ਬਈ ਜੇ ਜ਼ਿੰਦਗੀ ਦਾ ਰਾਤ ਦਿਨ ਦਾ ਹਿੱਸਾ ਬਣਾਈਏ ਤੇ 2.5 ਘੰਟੇ ਬਣਦੇ ਨੇ। 2.5 ਘੰਟੇ ਰੱਬ ਦੀ ਯਾਦ ਵਿੱਚ ਗੁਜ਼ਾਰਨੇ। ਤੇ ਹੁਣ ਆਪਣੇ ਆਪਣੇ ਗਿਰੀਵਾਨ ਨੂੰ ਮੈਂ ਨਿਗਾਹ ਮਾਰ ਲੈਣੀ ਕਿ ਅਸੀਂ ਸੱਚੀ ਮੁੱਚੀ ਰੱਬ ਦੀ ਯਾਦ ਵਿੱਚ 2.5 ਘੰਟੇ ਲਾਉਣੇ। ਸਾਡੇ ਕੋਲ ਤਾਂ 2.5 ਮਿੰਟ ਨਹੀਂ ਬੈਠਾ ਜਾਂਦਾ ਟਿਕ ਕੇ। ਉਹ ਵੀ ਮਨ ਪਤਾ ਨਹੀਂ ਕੀ ਕੁਝ ਕਰਦਾ ਰਹਿੰਦਾ, ਕਿੱਧਰ ਨੂੰ ਉਛਾਲੇ ਲੈਂਦਾ ਰਹਿੰਦਾ। ਤੇ ਸੰਸਾਰਕ ਗੱਲਾਂ ਹੋਵਣ, ਸੰਸਾਰਕ ਬਾਤਾਂ ਹੋਵਣ, ਉੱਥੇ ਭਾਵੇਂ 2.5 ਰਾਤਾਂ ਲਾ ਦੇਈਏ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਰੱਬ ਦੀ ਯਾਦ ਵਿੱਚ 2.5 ਘੰਟੇ ਨਹੀਂ ਗੁਜ਼ਾਰਦਾ। ਖੈਰ ਮਹਾਰਾਜ ਕਬੀਰ ਸਾਹਿਬ ਕਹਿੰਦੇ, ਜੇ ਇੰਨਾ ਸਮਾਂ ਵੀ ਨਹੀਂ, 1 ਘੜੀ ਨਾਮ ਜਪ ਲਿਆ ਕਰ, 24 ਮਿੰਟ। ਹੁਣ 24 ਮਿੰਟ ਬੈਠਿਆਂ ਮਾਮੂਲੀ ਹੀ ਚਲੇ ਜਾਂਦੇ ਨੇ, ਕੋਈ ਜ਼ਿਆਦਾ ਨਹੀਂ ਹੈ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਸਾਧ ਸੰਗਤ ਕਰਿਆ ਕਰ। ਸਜਣਾ 24 ਮਿੰਟ ਹੀ ਕਰ ਲਿਆ ਕਰ। ਤੇ ਜਦੋਂ 24 ਮਿੰਟ ਬੈਠੇ ਨਾ ਰੱਬ ਦੀ ਯਾਦ ਵਿੱਚ, ਉਦੋਂ ਰੱਬ ਹੀ ਯਾਦ ਹੋਵੇ, ਹੋਰ ਯਾਦ ਨਾ ਅੰਦਰ ਚੱਲੇ, ਹੋਰ ਪਾਸੇ ਖਿਆਲ ਨਾ ਜਾਵੇ, ਮਨ ਵੀ ਉੱਥੇ ਹੋਵੇ, ਤਨ ਵੀ ਉੱਥੇ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ, 1 ਘੜੀ ਜਪ ਲਿਆ ਕਰ। ਤੇ ਜੇ 1 ਘੜੀ ਨਾ ਜਪਿਆ ਤੇ ਜਦੋਂ ਲੇਖਾ ਜੋਖਾ ਹੋਣਾ, ਫਿਰ ਘੜੀ ਘੜੀ ਕਾ ਲੇਖਾ ਮੰਗੈ। ਉਹਨੇ ਘੜੀ ਘੜੀ ਦਾ ਤੇਰੇ ਤੋਂ ਲੇਖਾ ਲੈਣਾ ਹੈ ਵੀ ਐਸ ਘੜੀ ਤੂੰ ਕੀ ਕੀਤਾ, ਐਸ ਘੜੀ ਤੂੰ ਕੀ ਕੀਤਾ, ਕੀ ਕਰਦਾ ਰਿਹਾ। ਕਾਇਤ ਚੇਤੋਂ ਨਾਉ, ਕਿਵੇਂ ਨਾਮ ਚਿਤਵੇਂਗਾ ਉਸ ਸਮੇਂ ਜਦੋਂ ਲੇਖਾ ਹੋਣ ਲੱਗਾ। ਮਹਾਰਾਜ ਕਹਿੰਦੇ ਨੇ, 1 ਘੜੀ ਨਾਮ ਜਪ ਲਿਆ ਕਰੋ, ਸੰਗਤ ਕਰ ਲਿਆ ਕਰੋ। ਗੁਰੂ ਭਲਾ ਕਰੇਗਾ, ਗੁਰੂ ਤੁਹਾਨੂੰ ਗਲ ਵਕੜੀ ਵਿੱਚ ਲਵੇਗਾ। ਜਿਹੜਾ ਨਾਮ ਜਪ ਲਵੇਗਾ, 1 ਘੜੀ ਗੁਰੂ ਦੇ ਲੇਖੇ ਲਾਇਆ ਕਰੋ। ਮਹਾਰਾਜ ਜੇ 1 ਘੜੀ ਨਾ ਜਪਿਆ ਜਾਏ, ਫਿਰ ਮਹਾਰਾਜ ਕਬੀਰ ਸਾਹਿਬ ਕਹਿੰਦੇ, ਆਧੀ ਘੜੀ। ਹੁਣ 24 ਮਿੰਟਾਂ ਦਾ ਅੱਧ 12 ਹੀ ਬਣੇ ਨਾ, ਤੇ 12 ਕੁ ਮਿੰਟ ਜਪ ਲਿਆ ਕਰੋ। ਤੇ ਜਿਹੜੇ 12 ਮਿੰਟ ਜਪਣਾ ਹੈ ਨਾ, ਉਹਦੇ ਵਿੱਚ ਕੋਈ ਦੂਜੀ ਖਿਆਲਾਤ ਨਾ ਉਪਜੇ, ਵਿਚਾਰ ਨਾ ਉਪਜੇ। ਕੇਵਲ ਇੱਕ ਨਿਰੰਕਾਰ ਹੋਵੇ, ਇੱਕ ਤੂੰ ਹੋਵੇਂ। ਤੁਹਾਡੇ ਦੋਨਾਂ ਦੇ ਗੱਭੇ ਕੋਈ ਦੂਜਾ ਨਾ ਆਵੇ। ਤੂੰ ਉਹਦੇ ਨਾਲ ਗੱਲਾਂ ਕਰੇ, ਤੂੰ ਉਹਦਾ ਰੱਜ ਰੱਜ ਕੇ ਦੀਦਾਰ ਕਰੇ, ਉਹਦੀ ਨਜ਼ਰ ਤੇਰੇ ਤੇ ਹੋਵੇ। ਤੂੰ ਉਹਨੂੰ ਆਪਣੇ ਦੀਦਿਆਂ ਨਾਲ ਔਰ ਨੇਤਰ ਭਰ ਕੇ ਤੱਕਦਾ ਹੋਵੇਂ, ਉਹਦਾ ਦਰਸ਼ਨ ਕਰਦਾ ਹੋਵੇਂ। ਮਹਾਰਾਜ ਸਾਹਿਬ ਕਹਿੰਦੇ, ਅੱਧੀ ਘੜੀ ਜਪ ਲਿਆ ਕਰ, ਉਹ ਵੀ ਤੇਰੇ ਲਈ ਲਾਹਾ ਹੋਵੇਗਾ। ਜੇ 24 ਮਿੰਟ ਜਿਹੜੇ ਜਪਣ ਵਾਲੇ ਨੇ ਬੜੇ ਥੋੜੇ ਨੇ, ਉਦੋਂ ਘੱਟ ਅਸਲੋਂ ਘੱਟ ਨੇ ਜਿਹੜੇ ਸਾਰੀ ਰਾਤ ਬੈਠੇ ਰਹਿੰਦੇ ਰੱਬ ਦੀ ਯਾਦ ਵਿੱਚ, ਸਾਰਾ ਜੀਵਨ ਲਾ ਦਿੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ 1 ਘੜੀ 24 ਮਿੰਟ ਰੋਜ਼ ਜਪੀਏ, ਤੈਨੂੰ ਸਾਲ ਤੇ ਲੈ ਜਾਓ ਕਿੰਨਾ ਹੋ ਜਾਣਗੇ, ਮਹੀਨੇ ਦੇ ਕਿੰਨੇ ਬਣ ਜਾਣਗੇ। ਜੇ ਅੱਧੀ ਘੜੀ ਜਪੀਏ ਤੇ ਜਦੋਂ ਇਹਦਾ ਜੋੜ ਕਰੋਗੇ ਉਦੋਂ ਕਿੰਨਾ ਹੋ ਜਾਏਗਾ। ਮਹਾਰਾਜ ਸਾਹਿਬ ਕਹਿੰਦੇ, ਅੱਧੀ ਘੜੀ ਜਪ ਲਿਆ ਕਰ। ਮਨੁੱਖ ਇੱਥੋਂ ਵੀ ਨਕਾਰਤ ਹੋ ਗਿਆ, ਨਹੀਂ ਜਪਿਆ ਜਾਂਦਾ, ਇੰਨਾ ਸਮਾਂ ਵੀ ਨਹੀਂ ਕੱਢਿਆ ਜਾਂਦਾ। ਗੱਲਾਂ ਬਾਤਾਂ 'ਚ, ਗੱਪਾਂ ਛੱਪਾਂ 'ਚ, ਮਨੋਰੰਜਨ 'ਚ ਭਾਵੇਂ ਸਾਰੀ ਰਾਤ ਗੁਜ਼ਾਰ ਦਈਏ, ਰੱਬ ਦੇ ਚਰਨਾਂ ਵਿੱਚ, ਉਹਦੀ ਯਾਦ ਵਿੱਚ 12 ਮਿੰਟ ਵੀ ਨਹੀਂ ਹੈ। ਮਹਾਰਾਜ ਸਾਹਿਬ ਕਹਿੰਦੇ, ਔਰ ਜਦੋਂ ਅੱਧੀ ਘੜੀ ਕਿਹਾ, ਫਿਰ ਆਧੀ ਹੂੰ ਤੇ ਆਦ, ਇੱਕ ਤਾਂ ਅੱਧੀ ਤੇ ਅੱਧੀ ਦਾ ਅੱਧ, 12 ਦਾ ਅੱਧ 6 ਮਿੰਟ। ਤੇ 6 ਮਿੰਟ ਤਾਂ ਤੁਰਦਿਆਂ ਗੱਲਾਂ ਕਰਦਿਆਂ ਆਖੀਏ ਨਾ, ਤੁਰ ਪਏ ਐਵੇਂ ਬਤੀਤ ਹੋ ਜਾਂਦੇ।
ਤੂੰ 6 ਮਿੰਟ ਹੀ ਜਪ ਲਿਆ ਕਰ ਤੇ ਹਿਸਾਬ ਲਾ ਲਾ 10 ਦਿਨਾਂ 'ਚ 60 ਹੋ ਜਾਣਗੇ। ਐਵੇਂ ਜੋੜ ਕਰਨ ਵਾਲੇ ਕਹਿੰਦੇ ਨਾ ਕਿ 10 ਦਿਨਾਂ 'ਚ 10 ਛਿਕਾ 60 ਹੋ ਜਾਣਗੇ, ਜੇ 6 ਜਪੇ 60 ਮਿੰਟ ਹੋ ਜਾਣਗੇ, 10 ਦਿਨਾਂ ਦਾ ਘੰਟਾ ਤੇਰਾ ਬਣ ਜਾਏਗਾ। ਤੇ ਅੱਗੇ ਇਹੋ ਹਿਸਾਬ ਕਿਤਾਬ ਜਿਹਾ ਲੱਗ ਜਾਂਦਾ ਹੈ। ਮਹਾਰਾਜ ਸਾਹਿਬ ਕਹਿੰਦੇ ਆਦਿ ਹੁਣ ਤੇ ਆਦ, ਮਹਾਰਾਜ ਕਹਿੰਦੇ ਕੋਈ ਇੱਕ ਘੜੀ ਜਪ ਲਵੇ, ਕੋਈ ਅੱਧੀ ਘੜੀ ਜਪ ਲਵੇ ਮਨ ਤਨ ਜੋੜ ਕੇ, ਕੋਈ ਅੱਧੀ ਤੋਂ ਅੱਧੀ 6 ਮਿੰਟ ਜਪ ਲਵੇ। ਜਿਹੜਾ ਜਪੇਗਾ ਰੱਬ ਵੱਲ ਨੂੰ ਅੰਦਰੋਂ ਤੁਰੇਗਾ, ਰੱਬ ਨੂੰ ਚਿਤਵੇਗਾ, ਸਿਮਰਨ ਕਰੇਗਾ। ਮਹਾਰਾਜ ਸਾਹਿਬ ਕਹਿੰਦੇ ਭਗਤਨ ਛੇਤੀ ਗੋਸ਼ਟੇ, ਭਗਤਾਂ ਦੇ ਨਾਲ ਗੋਸ਼ਟ ਕਰਨੀ, ਵਿਚਾਰਧਾਰਾ ਕਰਨੀ ਔਰ ਸੁਣਾਉਣਾ ਔਰ ਸੁਣਨਾ। ਮਹਾਰਾਜ ਸਾਹਿਬ ਕਹਿੰਦੇ ਜਿਹੜਾ ਇਹ ਅੱਧੀ ਘੜੀ ਵੀ ਕਰ ਲਵੇਗਾ, 6 ਮਿੰਟ ਵੀ ਕਰ ਲਵੇਗਾ, ਮਹਾਰਾਜ ਕਹਿੰਦੇ ਜੋ ਕੀਨੇ ਸੋ ਲਾਭ, ਉਹਨੂੰ ਘਾਟਾ ਕਦੇ ਨਹੀਂ ਹੋਵੇਗਾ, ਉਹਨੂੰ ਨਫਾ ਹੀ ਨਫਾ ਹੋਵੇਗਾ ਉਹਦੇ ਜੀਵਨ 'ਚ। ਮਹਾਰਾਜ ਸੱਚੀ ਸਰਕਾਰ ਕਹਿੰਦੇ ਜਿਹੜਾ ਨਫੇ ਦਾ ਕੰਮ ਹੈ ਉਹ ਮਨੁੱਖ ਕਰਦਾ ਨਹੀਂ, ਨੁਕਸਾਨ ਦਾ ਕੰਮ ਹੈ ਉਹ ਮਨੁੱਖ ਕਰਦਾ ਹੈ, ਭੱਜ ਭੱਜ ਕੇ ਕਰਦਾ ਹੈ। ਜਿਸ 'ਚ ਨੁਕਸਾਨ ਹੈ ਉਧਰ ਨੂੰ ਭੱਜਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਸੰਸਾਰ ਦੇ ਅੰਦਰ ਦੇਖਿਆ ਵੱਡੇ ਵੱਡੇ ਲੋਕ ਨੇ ਔਰ ਉਹਨਾਂ ਦਾ ਖਾਣਾ ਪਰਮਾਤਮਾ ਤੋਂ ਉਲਟਾ ਹੋ ਗਿਆ ਤੇ ਉਹ ਕਹਿੰਦੇ ਅਸੀਂ ਇਹ ਸਭ ਕੁਝ ਖਾ ਪੀ ਕੇ ਭਗਤ ਜੀ ਨੂੰ ਕਹਿੰਦੇ ਬਈ ਅਸੀਂ ਰੱਬ ਨੂੰ ਮਿਲੇ ਹੋਏ ਆ, ਪਰ ਤੂੰ ਨਹੀਂ ਮਿਲ ਸਕਦਾ। ਭਗਤ ਕਬੀਰ ਜੀ ਦੇ ਬਚਨ ਨੇ, ਕਹਿਣ ਲੱਗੇ ਕਬੀਰ ਭਾਂਗ ਮਛਲੀ ਸੁਰਾਪਾਨ ਜੋ ਜੋ ਪ੍ਰਾਨੀ ਖਾਏ। ਭਾਂਗ ਦਾ ਅਰਥ ਭੰਗ ਹੈ ਤੇ ਭਾਂਗ ਦਾ ਅਰਥ ਮਾਸ ਵੀ ਹੈ, ਤੇ ਮਛਲੀ ਮੱਛੀ ਜਿਹੜੀ ਹੈ ਪਾਣੀ 'ਚ ਫਿਰਨ ਵਾਲੀ, ਇਹਨਾਂ ਨੂੰ ਤੇ ਸੁਰਾ ਮੈਣਾ ਹੁੰਦੀ ਹੈ ਸ਼ਰਾਬ, ਜਿਹੜੇ ਦਾ ਇਸਤੇਮਾਲ ਕਰਦੇ ਨੇ। ਖਾ ਪੀ ਕੇ ਦੇ ਕੇ ਮੁੱਛਾਂ ਨੂੰ ਤਾਂ ਕਹਿਣਗੇ ਜੀ ਸਾਡੇ ਵਰਗਾ ਗੁਰਸਿੱਖ ਕੌਣ ਆ, ਇਹਨੂੰ ਹੋਰ ਹੀ ਨਾਂ ਦਿੰਦੇ, ਕੋਈ 5 ਰਤਨੀ, ਕੋਈ 6 ਰਤਨੀ। ਕਿਹੜੇ ਰਤਨ ਨੇ? ਰਤਨ ਗੁਰੂ ਕਾ ਸ਼ਬਦ ਹੈ, ਉਹ ਰਤਨ ਨੂੰ ਧਾਰਿਆ ਨਹੀਂ, ਇਹਨਾਂ ਨੂੰ ਲੱਭਦਾ ਫਿਰਦਾ। ਜਿਹੜਾ ਗੁਰੂ ਨੇ ਕਿਹਾ ਸੀ ਉਹ ਕੀਤਾ ਨਹੀਂ, ਔਰ ਜਿਹੜਾ ਰਿੜਕਿਆ ਸੀ ਦੇਵਤਿਆਂ ਤੇ ਦੈਂਤਾਂ ਨੇ ਉਹ ਤਾਂ ਇਹਨੂੰ 5ਵਾਂ ਰਤਨ ਚੇਤੇ ਰਹਿ ਗਿਆ ਹੈ। ਤੇ ਉਹਨਾਂ ਨੂੰ ਇਹ ਵੀ ਪੁੱਛ ਲਓ ਜਿਹੜੇ ਨੂੰ 5 ਰਤਨੀ ਕਹਿੰਦੇ, ਉਹਨੂੰ ਪੁੱਛੋ ਵੀ ਇਹ ਹਿੱਸੇ ਕਿਹਨਾਂ ਦੇ ਆਈ ਸੀ, ਇਹ ਪਲਾਈ ਕਿਹਨਾਂ ਨੂੰ ਸੀ। ਇਹਦੇ 'ਚ ਕੋਈ ਅਨਥਾ ਗੱਲ ਨਹੀਂ। ਸਮੁੰਦਰ ਰਿੜਕਿਆ ਤੇ ਉਹਦੇ ਵਿੱਚੋਂ ਰਤਨ ਨਿਕਲੇ, 14 ਰਤਨ ਨਿਕਾਲੇ ਉਹਨਾਂ ਨਿਕਲੇ ਨੇ, ਤੇ 5ਵੀਂ ਜਗ੍ਹਾ ਤੇ ਨਿਕਲੀ, ਇਹਨੂੰ 5ਵਾਂ ਰਤਨ ਕਹਿ ਦਿੱਤਾ ਨੇ ਨਾ। ਪਰ ਇਹ ਦਿੱਤੀ ਕਿਹਨਾਂ ਨੂੰ ਸੀ, ਵੰਡੀ ਕਿਹਨਾਂ ਨੂੰ ਸੀ? ਦੈਂਤਾਂ ਨੂੰ। ਇਹ ਸ਼ਰਾਬ ਦੈਂਤਾਂ ਨੂੰ ਵੰਡੀ ਸੀ। ਤੇ ਮੈਨੂੰ ਬਖਸ਼ ਦਿਆ ਜੇ, ਮਾਫ ਕਰਿਆ ਜੇ, ਅਸੀਂ ਵੀ ਵਿਆਹਾਂ ਸ਼ਾਦੀਆਂ 'ਚ ਕੇ ਵਰਤਾਉਣੇ ਆ ਤੇ ਫਿਰ ਸਮਝ ਲੈਣਾ ਅਸੀਂ ਕਿਹਨਾਂ ਨੂੰ ਵਰਤਾਉਣੇ ਆ। ਜਿਹੜੀ ਅਸੀਂ ਵਰਤਾਉਣੇ ਆ ਸਮਝ ਲੈਣਾ ਬਈ ਕਿਹਨਾਂ ਨੂੰ ਪਿਲਾ ਰਹੇ ਆ। ਤੇ ਜਿਹੜੇ ਮੇਰੇ ਵਰਗੇ ਪੀਣ ਵਾਲੇ ਨੇ ਤੇ ਉਹਨਾਂ ਨੇ ਵੀ ਸਮਝ ਲੈਣਾ ਵੀ ਅਸੀਂ ਕਿਹੜੀ ਉਪਾਧੀ ਤੇ ਖੜੇ ਆ ਜਦੋਂ ਪੀਨੇ ਆ। ਜਿੱਥੋਂ ਇਹ ਚੱਲੀ ਮੈਂ ਉਹ ਗੱਲ ਕੀਤੀ ਬੈਕਗਰਾਉਂਡ ਇਹਦੀ, ਉਹਨਾਂ 14 ਰਤਨਾਂ ਤੋਂ ਪਹਿਲਾਂ ਇਹਦਾ ਨਾਂ ਥੇ ਨਹੀਂ ਸੀ। ਔਰ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਇਹਦਾ ਇਸਤੇਮਾਲ ਕਰਦੇ, ਜਿਹੜੇ ਪ੍ਰਾਣਾ ਧਾਰੀ ਇਹਨੂੰ ਖਾਂਦੇ ਨੇ ਪੀਂਦੇ ਨੇ, ਮਹਾਰਾਜ ਸਾਹਿਬ ਕਹਿੰਦੇ ਤੀਰਥ ਵਰਤ ਨੇਮ ਕੀਏ। ਜਿੰਨੇ ਮਰਜ਼ੀ ਉਹ ਤੀਰਥ ਯਾਤਰਾ ਕਰ ਲੇ, ਜਿੰਨੇ ਮਰਜ਼ੀ ਉਹ ਤੀਰਥਾਂ ਦੇ ਉੱਪਰ ਚੱਕਰ ਲਾ ਲਏ, ਮੈਂ ਆ ਫਲਾਣੇ ਤੀਰਥ ਤੇ ਗਿਆ ਜੀ, ਉੱਥੇ ਐ ਮੁਕਤੀ ਹੋ ਜਾਂਦੀ, ਆ ਹੋ ਜਾਂਦੀ। ਜਿੰਨੇ ਮਰਜ਼ੀ ਵਰਤ ਰੱਖ ਲਵੇ, ਪੁੰਨ ਕਰ ਲਵੇ, ਕਰਮ ਕਰ ਲਵੇ, ਨੇਮ ਨਿਯਮ ਨਿਭਾ ਲਵੇ, ਮੈਂ ਆ ਵੀ ਨਿਯਮ ਨਿਭਾਉਣਾ, ਆ ਵੀ ਨਿਭਾਉਣਾ ਆ। ਕਹਿੰਦੇ ਜੇ ਤਿੰਨੇ ਚਾਰੇ ਚ ਕੰਮ ਕਰਦਾ ਹੈ ਨਾ, ਤੇ ਮਹਾਰਾਜ ਕਬੀਰ ਸਾਹਿਬ ਕਹਿੰਦੇ ਫਿਰ ਸਭੇ ਰਸਾਤਲ ਜਾਏ। ਰਸਾਤਲ ਮੈਨਾਂ ਹੁੰਦਾ ਨਰਕ। ਕਹਿੰਦੇ ਦੁਹਾਈ ਰੱਬ ਦੀ, ਇਹ ਕੰਮ ਕਰਨ ਵਾਲੇ ਨਰਕਾਂ ਨੂੰ ਜਾਣਗੇ ਜੇ, ਉਹ ਨਹੀਂ ਜੇ ਬਚ ਸਕਦੇ। ਇਹ ਗੁਰੂ ਬਾਣੀ ਦੇ ਬੋਲ ਨੇ। ਬਾਣੀ ਇਹ ਗੱਲ ਕਹਿੰਦੀ ਆ ਬਈ ਕਬੀਰ ਸਾਹਿਬ ਮਹਾਰਾਜ ਇਹ ਗੱਲ ਕਹਿੰਦੇ ਨੇ ਬਈ ਉਹ ਨਰਕਾਂ ਨੂੰ ਜਾਣਗੇ, ਉਹ ਬਚਣਗੇ ਨਹੀਂ।
ਤੇ ਜੇ ਪੁਰਾਤਨ ਪੁਰਾਣਕ ਵਿਚਾਰਧਾਰਾ ਨੂੰ ਲਈਏ, ਮਹਾਰਾਜ ਨੇ ਵੀ 14 ਰਤਨਾਂ ਦੀ ਗੱਲ ਕੀਤੀ। ਉਹਦੀ ਵੰਡ ਰਾਖਸ਼ਾਂ ਨੂੰ ਹੋਈ ਹੈ, ਰਾਖਸ਼ਾਂ ਨੂੰ। ਔਰ ਜਿਹੜੇ ਭਲੇ ਪੁਰਸ਼ ਸੀ ਨਾ, ਜਿਨ੍ਹਾਂ ਨੂੰ ਦੇਵ, ਜਿਨ੍ਹਾਂ ਦਾ ਦੀਵਾ ਜਗਿਆ ਸੀ, ਹਿਰਦੇ ਦਾ ਗਿਆਨ ਸੀ, ਉਹਨਾਂ ਨੂੰ ਨਹੀਂ ਇਹ ਭੁਲਾਈ ਗਈ। ਉਹਨਾਂ ਨੂੰ 14 ਰਤਨਾਂ ਦੀ ਵੰਡ ਲਈ ਮੋਹਣੀ ਅਵਤਾਰ ਹੋਇਆ। ਵਿਸ਼ਨੂੰ ਦੇ 24 ਅਵਤਾਰਾਂ ਚੋਂ ਉਹਨੇ ਵੰਡ ਕੀਤੀ ਤੇ ਰਾਖਸ਼ਾਂ ਨੂੰ ਇਹ ਭੁਲਾਈ, ਉਹਨਾਂ ਦੀ ਬੁੱਧ ਭ੍ਰਿਸ਼ਟ ਕਰ ਦਿੱਤੀ। ਇਹ ਉਹਨਾਂ ਲਈ ਬਣੀ ਸੀ, ਸਾਡੇ ਲਈ ਨਹੀਂ ਸੀ। ਜਿਹੜੇ ਭਲੇ ਪੁਰਸ਼ਾਂ ਲਈ ਨਹੀਂ ਸੀ। ਹੁਣ ਆਪਣੇ ਆਪ ਨੂੰ ਵੇਖ ਲੈਣਾ, ਪਿਲਾਉਣ ਵਾਲਿਆਂ ਸਮਝ ਲੈਣਾ ਅਸੀਂ ਕਿਹਨੂੰ ਪਿਲਾਣੇ ਆ, ਤੇ ਪੀਣ ਵਾਲਿਆਂ ਸਮਝ ਲੈਣਾ ਅਸੀਂ ਕਿਹਨੂੰ ਪੀਣ ਤੇ ਪੀਨੇ ਆ, ਤੇ ਕਿਹੜੀ ਉਪਾਧੀ ਤੇ ਖੜੇ ਆ। ਗੁਰੂ ਕਿਰਪਾ ਕਰੇ, ਨਕਾਰਤ ਜੇ ਇਹਦੇ ਤੋਂ ਬਚੋ, ਬਰਬਾਦ ਨਾ ਕਰੋ। ਪਰ ਸਾਡੀ ਇੱਥੇ ਆ ਕੇ ਗੱਲ ਰੁਕ ਜਾਂਦੀ ਆ। ਭਾਵੇਂ ਪਰਿਵਾਰ ਕੁੜੀ ਵਾਲਾ ਅੰਮ੍ਰਿਤਧਾਰੀ ਹੋਵੇ ਨਾ ਜੀ, ਉਹ ਵੀ ਪੇਟੀਆਂ ਖਰੀਦੀ ਬੈਠਾ ਹੁੰਦਾ ਹੈ, ਉਹ ਵੀ ਪੇਟੀਆਂ ਖਰੀਦੀ ਬੈਠਾ ਹੁੰਦਾ ਜੀ। ਅਗਲਿਆਂ ਨੂੰ ਦੇਣੀ ਜੀ, ਆਪਾਂ ਕਿਹੜੀ ਪੀਣੀ, ਆਪਾਂ ਤਾਂ ਗੁਰਸਿੱਖੇ ਆ। ਤੇਰੇ ਪਿੱਛੇ ਹੋਰ ਗੁਰਸਿੱਖੀ ਕਿਹੜੀ ਰਹਿ ਗਈ ਆ ਬਈ? ਕਿਹੜੀ ਗੁਰਸਿੱਖੀ ਤੂੰ ਲਈ ਬੈਠਾ ਹੈ? ਹੱਥ 'ਚ ਬੋਤਲ ਪਕੜ ਕੇ ਦੂਜਿਆਂ ਨੂੰ ਜ਼ਹਿਰ ਵੰਡਦਾ ਪਿਆ। ਇਹ ਤੇਰੇ ਗੁਰੂ ਨੇ ਕਿਹਾ ਸੀ ਵੀ ਤੂੰ ਵੰਡ, ਤੇ ਤੇਰੇ ਗੁਰੂ ਨੇ ਕਿਹਾ ਸੀ ਇਹੋ ਜਿਹਿਆਂ ਦੇ ਨਾਲ ਨਾਤੇ ਜੋੜ। ਅਸੀਂ ਧਰਮ ਨਹੀਂ ਵੇਖਿਆ, ਅਸੀਂ ਧਨ ਵੇਖਿਆ ਆ। ਲੜਕਾ ਲੜਕੀ ਦੇ ਪਰਿਵਾਰ ਲਈ ਸੰਬੰਧ ਜੋੜਨ ਲਈ ਨਹੁੰ ਵੇਖਣ ਗਏ ਆ, ਧੀ ਵਾਸਤੇ ਜਵਾਈ ਵੇਖਣ ਗਏ ਆ। ਅਸੀਂ ਧਨ ਵੇਖਿਆ, ਕਿੰਨੇ ਕਿੱਲੇ ਆਉਂਦੇ ਆ, ਕਿੰਨੀ ਜਾਇਦਾਦ ਦੇਣਗੇ। ਨਹੁੰ ਨੇ ਆਉਣਾ ਹੈ, ਕਿੰਨੇ ਲੱਖ ਝੋਲੀ 'ਚ ਪਾਉਣਗੇ, ਤੇ ਕੀ ਕੀ ਵਾਹਿਕਲ ਦੇਣਗੇ, ਛੱਲੇ ਮੁੰਦੀਆਂ ਫਿਰ ਕਿੰਨੇ ਕੁ ਪਾਉਣਗੇ। ਇਹ ਵੇਖਿਆ ਆਉਂਦਿਆਂ। ਭਾਵੇਂ ਨਹੁੰ ਆਵੇ ਟਰੱਕ ਭਰ ਕੇ ਲਿਆਵੇ, 25-30 ਲੱਖ ਮੁੰਡੇ ਦੀ ਝੋਲੀ ਪਵਾਵੇ, ਤੇ ਨਹੁੰ ਆਉਂਦੀ ਭਾਵੇਂ ਤੁਹਾਡਾ ਮੰਜਾ ਜਿਹੜਾ ਆ ਬਿਰਧ ਆਸ਼ਰਮ 'ਚ ਭੇਜ ਦੇਵੇ। ਮੇਰੇ ਤੋਂ ਨਹੀਂ ਸਿਆਪਾ ਹੁੰਦਾ, ਇੰਨਾ ਕੁਝ ਮੈਂ ਇਸ ਲਈ ਲੈ ਕੇ ਆਈ ਹਾਂ, ਤੁਹਾਨੂੰ ਰੋਟੀਆਂ ਦੇਣ ਨੂੰ, ਤੁਹਾਨੂੰ ਸੰਭਾਲਣ ਨੂੰ। ਆ ਨੌਬਤ ਤਾਂ ਹੀ ਆ ਰਹੀ, ਅਸੀਂ ਧਰਮ ਨਹੀਂ ਦੇਖਿਆ। ਤੇ ਉਹ ਸਹੁਰੇ ਵਾਲਾ ਧਰਮ ਕਿੱਥੋਂ ਨਿਭਾਵੇਗੀ? ਤੁਸੀਂ ਨਹੀਂ ਧਰਮ ਦੇਖਿਆ। ਮੰਗਤੇ ਬਣੇ ਹੋਏ ਆ, ਮੰਗਤੇ। ਤੇ ਉਹਨਾਂ ਚਿਰ ਧਰਮ ਨਹੀਂ, ਜਿੰਨਾ ਚਿਰ ਦੇਖਿਆ ਉਹਨਾਂ ਚਿਰ ਇਹੋ ਹਾਲਤ ਰਹੇਗੀ। ਅਸੀਂ ਬਾਹਰੋਂ ਤਾਂ ਬਣ ਗਏ ਸਿੱਖ, ਅੰਦਰੋਂ ਨਹੀਂ ਬਣੇ। ਸਾਡੀ ਲਹਿ ਦੇ ਕੇ, ਕਿਰਪਾਨਾਂ ਪਾ ਕੇ ਵੀ, ਔਰ ਗੁਰਸਿੱਖੀ ਲਿਆ ਕੇ ਵੀ, ਧਰਮ ਕਮਾ ਕੇ ਵੀ, ਅਸੀਂ ਵਿਚੋਲੇ ਨੂੰ ਦੂਜਿਆਂ ਤੋਂ ਓਹਲੇ ਜੇ ਕਰਕੇ ਪੁੱਛਦੇ ਕਿੰਨਾ ਕੁ ਪੈਸਾ ਖਰਚ ਕਰਨਗੇ, ਫਿਰ ਕਿੰਨੇ ਕੁ ਝੋਲੀ 'ਚ ਪਾਉਣਗੇ। ਕਿਉਂ ਤੂੰ ਮੰਗਤਾ ਚੁਰਾਹੇ 'ਚ ਖਲੋਦਾ? ਰੱਬ ਤੋਂ ਮੰਗ, ਜਿੰਨੇ ਦੇ ਕੇ ਨਹੀਂ ਪਛਤਾਣਾ, ਜਿੰਨੇ ਇੰਨਾ ਦੇ ਦੇਣਾ ਤੇਰੇ ਆਰ ਬੁਖਾਰ ਭਰ ਜਾਣ। ਮਹਾਰਾਜ ਕਹਿੰਦੇ ਸਿੱਖਾ ਧਰਮ ਵੇਖ, ਕਿ ਜਿਹਦੇ ਘਰੇ ਬੇਟੀ ਦਾ ਨਾਤਾ ਆਉਣ ਲੱਗਾ ਉਹਦੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਹੈ। ਤੇ ਜੇ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲਾਂ ਦੇਖੇਗਾ, ਤੇਰੀ ਧੀ ਕਦੇ ਦੁਖੀ ਨਹੀਂ ਹੋਵੇਗੀ, ਉਹਦੇ ਕੋਲ ਧਨ ਦੀ ਕਦੇ ਕਮੀ ਨਹੀਂ ਰਹੇਗੀ, ਕਿਉਂਕਿ ਧਰਮ ਪਹਿਲਾਂ ਹੈ। ਜੇ ਨਹੁੰ ਨੂੰ ਦੇਖਣ ਵਾਸਤੇ ਤੁਰਿਆ, ਨਹੁੰ ਰਾਣੀ ਦਾ ਪਰਿਵਾਰ ਧਰਮੀ ਹੈ, ਕਿਤੇ ਆਹ ਚੀਜ਼ਾਂ ਦਾ ਔਰ ਇਸਤੇਮਾਲ ਤਾਂ ਨਹੀਂ ਕਰਦਾ। ਸੱਜਣਾ, ਉਹ ਜਿਹੜਾ ਧਰਮ ਲਿਆਏਗਾ, ਤੇ ਧਰਮ ਆ ਕਿ ਵੱਡਿਆਂ ਦੀ ਸੇਵਾ ਕਰਨੀ, ਇਹ ਧਰਮ ਆ ਵੱਡਿਆਂ ਅੱਗੇ ਝੁਕਣਾ, ਵੱਡਿਆਂ ਨੂੰ ਭੋਜਨ ਦੇਣਾ। ਤਾਂ ਹੀ ਆ ਕੇ ਠੋਕਰਾਂ ਤੇ ਠੇਡੇ ਪੈਂਦੇ ਨੇ, ਜਦੋਂ ਅਸੀਂ ਧਰਮ ਨੂੰ ਨਹੀਂ ਵੇਖਿਆ, ਧਨ ਨੂੰ ਦੇਖਿਆ। ਧਨ ਠੋਕਰ ਮਾਰਦਾ ਹੈ। ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਵੀ ਕਰੇ, ਭਾਵੇਂ ਉਹ ਲੱਖਾਂ ਯਤਨ ਕਰ ਲੈ, ਮਹਾਰਾਜ ਮਿਹਰ ਕਰਦੇ ਆ। ਸੱਜਣਾ, ਇਹਦੇ ਤੋਂ ਬਚ। ਮੈਂ ਜ਼ਿਆਦਾ ਵਿਸਥਾਰ ਨਾ ਕਰਾਂ, ਮਹਾਰਾਜ ਮਿਹਰ ਕਰਦੇ ਨੇ। ਇਹਦੇ ਤੋਂ ਬਾਅਦ ਆਈਏ, ਪਹਿਲਾਂ ਧਰਮ ਨੂੰ ਵੇਖੀਏ, ਧਰਮ ਨੂੰ। ਮੇਰਾ ਗੁਰੂ ਕੀ ਕਹਿੰਦਾ ਹੈ? ਮੈਂ ਸੱਚੀ ਗੁਰੂ ਕਾ ਸਿੱਖ ਹਾਂ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਜੋ ਮਰਜ਼ੀ ਕਰ ਲਵੇ, ਜਿੰਨੇ ਮਰਜ਼ੀ ਤੀਰਥ ਯਾਤਰਾ ਕਰੇ, ਤੀਰਥਾਂ ਤੇ ਨਹਾਉਂਦਾ ਫਿਰੇ, ਜਿੰਨੇ ਮਰਜ਼ੀ ਵਰਤ ਆਦ ਕਰੇ, ਨਿਯਮ ਨਿਭਾਉਂਦਾ ਫਿਰੇ, ਕਹਿੰਦੇ ਸਾਰੇ ਦੇ ਸਾਰੇ ਨਰਕਾਂ ਦੇ ਭਾਗੀ ਬਣਨਗੇ, ਹੋਰ ਕੁਝ ਨਹੀਂ ਹੋਵੇਗਾ, ਸਾਰੇ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਪ੍ਰੇਮ ਵਾਲਾ ਆਇਆ, ਮਹਾਰਾਜ ਅਕਾਲ ਨੂੰ ਮਿਲਣਾ ਹੈ,
किवें मिलीए? ते महाराज कबीर साहब कहंदे नीचे लोयन कर रहो ले साजन घट माही। कहन लगे लोए न लोई डिठ मैं प्यास ना बूझे मुँह खनी और लोयन मैं ना नेत्र। अपने नेत्र जेड़े आ ना इन्हां नूं नीचे कर रहो, नीवें रख लज्जा तुर। नीवियां तो भाव ये नहीं बई अखां बंद करके तुरनियां ने, पैरां वाले नूं झाकी जाओ तां अखां करो ना, अगों भावें मत्था कंध च वजे सो, ये नहीं कहा। नीचे लोन तो भाव आ लज्जा तुर होना। तेरे नेत्रा विच शर्म होवे, हजा होवे। महाराज मेहर करदे ने और ये हजा होवे ते अत दी निर्मानता वाली नदर होवे, निमरता भरी नदर होवे। कर रहो इनू नीवा रख के तुर। महाराज सच्चे पातशाह कहंदे सजना जे निर्मानता विच नदर आ गई, अपनी नदर दे नाल न्यूनता विच चला गयो। महाराज साहब कहंदे सजना ऐं रहो रहना कर निमरता दे विच ले साजन कटमाए। जेड़ा सजना सज्जन सच्चा पातशाहो आ ना, परमात्मा है ना, उन्होंने अपने हिरदे दे अंदर वेख लवेंगा, बाहर जान दी लोड़ नहीं। उन्होंने अपने अंदर वेख लवेंगा, अपने हिरदे दे विच ओदा तैनूं दीदार हो जाएगा। जिन्हों दुनिया बाहर भालदी फिरदी आ, फिर सब रस खेलो पी सो किसी लखावो नाहे। महाराज साहब कहंदे जिद्दन वो अनडिठे माही दे दीदार हो गए, मालिक दा दर्शन हो गया, फिर सारे रस जेड़े ने, आनंद जेड़े ने, खुशियां जेड़ियां ने, महाराज साहब कहंदे खेलो उन्हां नूं मानेगा। हर प्रकार की खुशी तेरे हिरदे विच होवेगी, तेरे हिरदे घर च होवेगी, तेरे बाहरी घर विच होवेगी। महाराज सच्चे पातशाह कहंदे आ वो खुशी नूं मानेगा ते किहदे नाल मानेगा? पी सौ, पी मैंने परमात्मा ते सौ दे नाल। परमात्मा दे नाल रह के सारियां खुशियां नूं मानेगा, किसी लखावो नाहे। वो अंदर दी खुशी, अंदर दा आनंद, अंदर दा खेड़ा, अंदर दी बख्शिश। महाराज साहब कहंदे किसी नूं ना दसदा फिरी, किसी नूं दसन दी लोड़ नहीं, उहदा आनंद मान, किसी नूं विखाउण दी लोड़ नहीं, अपने अंदर आनंद मान, उहदा आनंद दे विच रहना कर। महाराज कहंदे 8 जाम 64 घरी तो निरखत रह जियो। महाराज कहंदे 8 पैर दिन ते रात जेड़ा ते 64 घड़ियां इहदियां जड़ियां बनदियां ने, दिन रात दियां 64 घड़ियां जड़ियां ने 8 पैरां दियां। महाराज कहंदे तां भी निरखत रह जियो, उन्होंने परमात्मा नूं रात ब दिने देखदा रह। हर घड़ी दे अंदर परमात्मा नूं याद कर, हर घड़ी दे विच परमात्मा नूं देख, हर घड़ी परमात्मा हिरदे विच प्रगट होवे। एक एक घड़ी तेरी सफली हो जावे, दीदार करदियां बतीत होवे। महाराज कहंदे नीचे लोयन क्यों कर रहो? जदों अंदर प्रगट हो गया ना परमात्मा, महाराज साहब कहंदे उदों हिरदे दे अंदरों बाहर दी नरमानता दे सहित नीचे लोयन क्यों कर रहो? सब घट देखो पीओ। जदों प्रगट हो गया उन्ना चिर नदर नीवी रख, अपने अंदर देख लभ ओनों। ते जदों प्रगट हो गया ना अंदर तेरे जोत जग पई, अंदर तेरी नदर आ गई, उदों अखां दियां पलकां उठा के देखी, सामने तेनों सारे रब नदर आवेगा, सारे हिरदियां विच। जदों तेरे अंदर दिख पिया, जे मेरे अंदर विकार है ना ते दूजियां दे शरीरां दे अंदर विकार, शरीरां नूं तक के विकार भटकणगे, माड़े विचार भटकणगे। अंदर निरंकार ते तक के रब चेते आवेगा, उहदे अंदर जगदी हुई जोत रब दी नजर आवेगी। महाराज साहब कहंदे फिर
ਉਹਨਾਂ ਨੂੰ ਤੱਕ ਕੇ ਨੇਤਰ ਨੀਵੇਂ ਕਰਨ ਦੀ ਲੋੜ ਨਹੀਂ। ਸੱਜਣਾ, ਰੱਬ ਸਾਹਮਣੇ ਆਵੇ ਤੇ ਅੱਖਾਂ ਖੋਲ ਕੇ ਉਹਦਾ ਦੀਦਾਰ ਕੀਤਾ ਜਾਂਦਾ ਹੈ। ਪਹਿਲਾਂ ਝੁਕਾ, ਇਹਨਾਂ ਨਜ਼ਰਾਂ ਮੈਲੀਆਂ ਨਾ ਹੋ ਜਾਣ, ਇਹਨਾਂ ਨਜ਼ਰਾਂ ਨਾਲ ਦੀਦਾਰ ਕਰ ਆਪਣੇ ਅੰਦਰ। ਜਦੋਂ ਅੰਦਰ ਦੀਵਾ ਜਗ ਪਿਆ, ਚਾਨਣ ਹੋ ਗਿਆ, ਅੰਦਰ ਨਜ਼ਰ ਪ੍ਰਕਾਸ਼ ਹੋ ਗਈ, ਉਦੋਂ ਪਲਕਾਂ ਉਠਾ ਕੇ ਦੇਖੀ, ਹਰ ਜਰਰੇ ਜਰਰੇ ਵਿੱਚ ਰੱਬ ਨਜ਼ਰ ਆਵੇਗਾ। ਮਹਾਰਾਜ ਕਬੀਰ ਸਾਹਿਬ ਕਹਿੰਦੇ, ਸਜਣਾ ਉਹਦੇ ਨਾਲ ਜੁੜ, ਮਾਲਕ ਨਾਲ, ਔਰ ਜਦੋਂ ਜੁੜੇਗਾ ਉਦੋਂ ਸਭ ਕੁਝ ਪੱਲੇ ਪਾ ਲਵੇਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਦ ਐਸਾ ਹੋਇਆ ਔਰ ਹਿਰਦੇ ਦੇ ਅੰਦਰ ਦੇਖੋਗੇ ਔਰ किसी लिखावू नाहे नीचे लुएन क्यों कर रहो, सब घट देखो पियो, फिर सारे घटा घटा दे अंदर रब पियो परमात्मा दिसेगा। महाराज मेहर कर दे सुन सकी, पी मह जियो बसै, जी मह बसे के पियो। कह लगे सुन हे सखी, हे गुरसिखा, हे रब दे प्यार वालिया सुनना कर, पी मह जियो बसै, पी परमात्मा दे विच मेरी जिंद वसदी आ और ਉਹਦੇ बगैर जिंद रह नहीं सकती, ਉਹਦੇ कारण जिंदा हाँ। महाराज सच्चे पातशाह कहते, जियो बसै, जी मैं बसै के पियो। कह लगे जी दे अंदर मेरी जिंद परमात्मा करके है ते परमात्मा मेरी जान दे अंदर वसदा है, मेरे हिरदे दे अंदर वसदा है। मेरा जीवात्मा परमात्मा करके, परमात्मा जीवात्मा अंदर है ते परमात्मा अंदर वसदा पिया, बाहर नहीं। और महाराज कहते, सुन सखी पी मैं जियो बसै, जी मैं बसै के पियो। जी दे अंदर पियो परमात्मा वसदा है, जियो पियो बुझो नहीं। कहते हुण ये समझ नहीं लगती, ये जिन दे के रब है। जदों भगती हो गई, अंदर दीपक जग पिया ना, ज्ञान प्रगट हो गया, अंदर भगवान प्रगट हो गया, उदों ये नहीं समझ आती अंदर भगवान है कि जिंद जान है। उदों भगवान दा ते जीव दा ते ईश्वर दा पता नहीं लगता, वो एक मिक हो जाते। जियो पियो बुझो नहीं, घट मैं जियो के पियो। हुण पता नहीं लगता घट हिरदे दे अंदर जिंद है, जीवात्मा है कि परमात्मा है, जीवात्मा केड़ा है ते परमात्मा केड़ा है, कोई समझ नहीं आती। एक हो गए जीव ईश दा भिन्न भेद फर्क मिट गया है। हुण जीव ईश्वर हो गया है ते ईश्वर जीव रूप होके, जिंद रूप होके अंदर वसदा पिया। उहदा अंतरात्मे दीदार ਉਹਦੇ ਪ੍ਰਕਾਸ਼ ਨਾਲ ਬਾਹਰ ਪ੍ਰਕਾਸ਼ ਪਿਆ ਹੁੰਦਾ ਹੈ, ਸੰਸਾਰ ਦੇ ਅੰਦਰ ਦਿਸਦਾ ਹੈ, ਨਜ਼ਰ ਆਉਂਦਾ ਹੈ। ਗੁਰ ਸੰਗਤ ਜੀ, ਇਹ ਨਜ਼ਰ ਤਦੋਂ ਆਉਣਾ ਹੈ, ਪਹਿਲਾਂ ਭਾਂਡਾ ਉਹ ਜਿਹਾ ਬਣਾਈਏ। ਗੁਰੂ ਨੇ ਬਖਸ਼ਿਸ਼ ਤਦੋਂ ਪੈਣੀ ਆ, ਗੁਰਸਿੱਖ ਹਿਰਦੇ ਨੂੰ ਉਹ ਜਿਹਾ ਬਣਾਵੇ। ਗੁਰਸਿੱਖੀ ਤਾਂ ਅੰਦਰੋਂ ਕਣ ਕਣ ਵਿੱਚ ਆਉਣੀ ਆ। ਅਸੀਂ ਆਪਣੀ ਮਨਮਾਨੀ ਦੇ ਨਾਲ ਬਹੁਤ ਕੁਝ ਕਰਦੇ ਹਾਂ, ਉਹਨਾਂ ਤੋਂ ਗੁਰੇਜ਼ ਕਰਿਆ ਕਰੀਏ, ਗੁਰੂ ਗੁਰੂ ਜਪਿਆ ਕਰੀਏ। ਜੋ ਸਾਡਾ ਗੁਰਬਾਣੀ ਗੁਰੂ ਆ, ਜੋ ਸਾਨੂੰ ਉਪਦੇਸ਼ ਦਿੰਦੀ, ਉਹਨੂੰ ਕਮਾਈਏ। ਅਸੀਂ ਗੁਰਬਾਣੀ ਦੀ ਗੱਲ ਘੱਟ ਸੁਣਦੇ ਹਾਂ, ਗੁਰੂ ਦੀ। ਤੇ ਮੇਰੇ ਵਰਗਾ ਦੋ ਸ਼ੋਸ਼ੇ ਇਸ ਤਰ੍ਹਾਂ ਬੈਠਾ ਛੱਡ ਜੇ ਨਾ, ਉਹ ਸਾਨੂੰ ਬੜੇ ਚੇਤੇ ਰਹਿੰਦੇ। ਫਿਰ ਸਮਝ ਲੈਣਾ, ਇੱਕ ਬੰਦੇ ਦੀ ਗੱਲ ਤਾਂ ਸਾਨੂੰ ਚੇਤੇ ਆ, फलाना है कहंदा सी, फलाना है कहंदा सी। और महाराज साहब कहंदे गुरबाणी की कहंदी, गुरबाणी दे अर्थ एक समुंदर है, ते उस चों चुली भर के प्यास भी बुझाई जा सकती है, उहदे नाल अग भी बुझाई जा सकती है, उहदे नाल खेती भी सिंजी जा सकती है, उहदे नाल मिट्टी च पा के कंध भी बुनाई जा सकती है। उही पानी हड़ बन के आ जाए, सब कुछ तबाह भी कर देता है। महाराज साहब कहते इनू वरतन का तरीका है ना, कुछ वरतते ने गुरबाणी के प्रमाणों नूं संसार की जीवां की तबाही वास्ते, शंकियां वास्ते और चुड़ियां नूं तोड़न वास्ते। कुछ मेरे वर्गे वरतते ने धन धाड़ नूं कमाउण वास्ते,
ਕੁਝ ਵਰਤਦੇ ਨੇ ਆਪਣੀ ਆਭਾ ਨੂੰ ਫੈਲਾਉਣ ਵਾਸਤੇ, ਕੁਝ ਵਰਤਦੇ ਨੇ ਖੁਦ ਜੁੜਨ ਵਾਸਤੇ, ਦੂਜਿਆਂ ਨੂੰ ਜੋੜਨ ਵਾਸਤੇ। ਹਰ ਪ੍ਰਕਾਰ ਦੇ ਪ੍ਰਮਾਣ ਨੇ। ਅਰਥ ਆਪਣੀ ਬੁੱਧੀ ਨਾਲ ਬੁਲਾਰਾ ਕਰਕੇ ਤੁਹਾਨੂੰ ਮੈਨੂੰ ਸੁਣਾ ਜਾਂਦਾ ਹੈ। ਅਸੀਂ ਫਿਰ ਉਹਦੇ ਤੇ ਸ਼ੰਕਾਵਾਂ ਉਤਪੰਨ ਕਰਕੇ ਆਪਣੇ ਆਸ਼ੇ ਤੋਂ ਟੁੱਟ ਜਾਂਦੇ ਹਾਂ, ਆਪਣਾ ਭਰੋਸਾ ਤੋੜ ਬਹਿੰਦੇ ਹਾਂ। ਉਹ ਰਸਤੇ ਤੇ ਜਿੰਨਾ ਕੁ ਗਾਂਹ ਗਏ ਹੁੰਦੇ ਆ ਨਾ, ਜਿਵੇਂ ਨਾ ਉਚਾਨ ਨੂੰ ਪਾਣੀ ਲਾਇਆ ਹੋਵੇ, ਉੱਚੀ ਜਗ੍ਹਾ ਨੂੰ, ਉੱਚੀ ਪੈਲੀ ਨੂੰ, ਤੇ ਉਧਰ ਪਾਣੀ ਜਿਹੜਾ ਹੈ ਡਾਫ ਲੱਗ ਕੇ ਬੜਾ ਇਕੱਠਾ ਹੋ ਕੇ ਚੜ੍ਹੇਗਾ। ਮੰਗਰਲੇ ਪਾਸੇ ਜਿੱਧਰ ਨਿਵਾਨ ਹੈ, ਉਚਾਨ ਨੂੰ ਪਾਣੀ ਲਿਜਾਣਾ ਬੜਾ ਪ੍ਰਬੰਧ ਕਰਨਾ ਪੈਂਦਾ, ਧਿਆਨ ਰੱਖਣਾ ਪੈਂਦਾ ਹੈ। ਉਚਾਈ ਨੂੰ ਲੈ ਕੇ ਜਾਣਾ ਹੈ, ਕਿਸੇ ਪਾਸੇ ਰੁੜ ਗਿਆ ਤੇ ਅਗਲਾ ਵੀ ਮੁੜ ਆਉਂਦਾ ਹੁੰਦਾ ਹੈ। ਤੇ ਕੋਈ ਸ਼ਰਾਰਤੀ ਅੰਸਰ ਕਹੇ ਬਈ ਇਹ ਕਿਨਾਰਿਆਂ ਦੇ ਉੱਪਰ ਦੀ ਪਾਣੀ ਡੁੱਲਦਾ ਪਿਆ ਖਾਲੇ ਦੇ, ਤੇ ਤੂੰ ਐਂ ਕਰ, ਇੱਥੇ ਥੋੜੀ ਜੀ ਮੋਰੀ ਕਰ ਦੇ, ਇੱਕ ਸਾਈਡ ਤੇ ਨਿਵਾਣ ਵਾਲੇ ਥੋੜੀ ਜੀ ਮੋਰੀ ਕਰ ਦੇ, ਪਾਣੀ ਕੁਝ ਇੱਧਰ ਚੱਲੀ ਜਾਏ, ਕੁਝ ਗਾਂਹ ਚਲੇ ਜਾਏਗਾ। ਉਹ ਇੰਨਾ ਕਹਿ ਕੇ ਚੱਲਦੇ ਤੇ ਉਹਨੇ ਮੋਰੀ ਕਰਤੀ, ਉਹ ਸਹਿਜੇ ਸਹਿਜੇ ਛੇਕ ਪੈਂਦਾ, ਅੱਗੇ ਗਿਆਨ ਨਕਾਲ ਵੀ ਵਾਪਸ ਆ ਜਾਂਦਾ ਹੈ। ਇਹ ਜਿਹੜੇ ਮੇਰੇ ਵਰਗੇ ਆਉਂਦੇ ਆ ਨਾ, ਦੋ ਕ ਇੱਧਰ ਦੀਆਂ ਸੁਣਾਤੀਆਂ ਜੀ, ਆਹ ਗੁਰੂ ਸਾਹਿਬ ਦੀ ਨਹੀਂ ਜੀ, ਆਹ ਗੁਰੂ ਸਾਹਿਬ ਨੇ ਕਿਵੇਂ ਕਰਤਾ ਜੀ, ਉਹ ਕਿਵੇਂ ਕਰਤਾ, ਉਹ ਥੋੜੀ ਜੀ ਮੋਰੀ ਕਰ ਜਾਂਦੇ ਆ। ਫਿਰ ਅਸੀਂ ਵੱਡਾ ਛੇਕ ਕਰ ਬੈਠੇ ਆ, ਜਿਹੜੀ ਸੁਰਤ ਅੱਗੇ ਨੂੰ ਗਈ ਉਹ ਵੀ ਪਿੱਛੇ ਲੈ ਆਉਂਦੇ ਆ। ਇਸ ਕਰਕੇ ਕਿਸੇ ਦੇ ਆਖੇ ਸ਼ਰਧਾ ਨਾ ਤੋੜਿਆ ਕਰੋ, ਬਾਣੀ ਪੜ੍ਹਿਆ ਕਰੋ, ਭਰੋਸਾ ਰੱਖ ਕੇ ਪੜ੍ਹਿਆ ਕਰੋ, ਔਰ ਗੁਰੂ ਤੇ ਵਿਸ਼ਵਾਸ ਕਰਕੇ ਗੁਰੂ ਨਾਲ ਜੁੜਨ ਵਾਲੀ ਗੱਲ ਨੂੰ ਧਾਰਨ ਕਰਿਆ ਕਰੋ। ਤੋੜਨ ਵਾਲਾ ਮੇਰੇ ਵਰਗਾ ਪਤਾ ਨਹੀਂ ਜੇ ਕੀ ਕੁਝ ਕਹਿਣ ਵਾਲਾ ਆ ਜਾਂਦਾ ਹੈ, ਉਹਦੇ ਮਗਰ ਨਾ ਲੱਗਿਆ ਕਰੋ। ਜੇ ਮਗਰ ਲੱਗਣਾ ਤੇ ਗੁਰਬਾਣੀ ਦੇ ਲੱਗੋ, ਗੁਰੂ ਦੇ ਲੱਗੋ, ਤੁਹਾਡੇ ਬੇੜੇ ਪਾਰ ਹੋਣਗੇ। ਜੁੜੇ ਹੋਏ ਦੇ ਬੇੜੇ ਪਾਰ ਹੋਣੇ ਜੇ। ਪਾਰ ਉਹਨੇ ਲੰਘਣਾ ਭਾਵੇਂ ਉਹ ਸਮੁੰਦਰ ਵਿੱਚ ਡਿੱਗ ਪਿਆ, ਉਹਦਾ ਹੱਥ ਬੇੜੀ ਨੂੰ ਪੈ ਗਿਆ, ਤੇ ਜਿਹਨੇ ਹੱਥ ਹੀ ਛੱਡ ਦਿੱਤਾ, ਟੁੱਟੀ ਜੀ ਬੇੜੀ, ਮੈਂ ਇਹਨੂੰ ਕੀ ਕਰਨਾ। ਜਦੋਂ ਉਹਨੇ ਛੱਡਤਾ ਹੱਥ ਤੇ ਵਿੱਚੇ ਡੁੱਬੇਗਾ। ਬੇੜੀ ਨੂੰ ਹੱਥ ਪਾ ਕੇ ਰੱਖਣਾ ਹੈ, ਬਾਣੀ ਨੂੰ ਕਦੇ ਨਹੀਂ ਵਿਸਾਰਨਾ। ਆਪ ਪੜ੍ਹੋ, ਪਰਿਵਾਰਾਂ ਨੂੰ ਪੜ੍ਹਾਓ, ਬਾਣੀ ਨੂੰ ਨਾਲ ਜੁੜੋਗੇ, ਬੇੜੇ ਪਾਰ ਹੋਣਗੇ। ਕਿਸੇ ਦੇ ਆਖੇ ਹੱਥ ਨਾ ਛੱਡ ਦਿਆ ਜੇ। ਅੱਜ ਸੰਸਾਰ ਦਾ ਹੋਣ ਦਾ ਯੁੱਗ ਜਿਹੜਾ ਹੈ ਨਾ, ਇੱਕੋ ਇੱਕ ਬਾਣੀ ਤੋਂ ਭਰੋਸਾ ਇਹਨਾਂ ਦਾ ਤੋੜ ਦਿਓ। ਜਿੱਦਣ ਸਿੱਖ ਗੁਰੂ ਵੱਲੋਂ ਗਿਆ, ਇਹਨੂੰ ਬਚਾਉਣ ਵਾਲਾ ਕੋਈ ਨਹੀਂ ਜੇ। ਜਿੱਦਾਂ ਗੁਰੂ ਬਾਣੀ ਨਾਲ ਜੁੜਿਆ, ਗੁਰੂ ਨਾਲ ਜੁੜਿਆ, ਤੇ ਦੁਨੀਆ ਤੇ ਏਜੰਸੀਆਂ ਜਿੰਨੇ ਮਰਜ਼ੀ ਜ਼ੋਰ ਲਾ ਲੈਣ, ਇਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਦੇ। ਤੇ ਇਹਨਾਂ ਮੌਤ ਸਿੱਖਾਂ ਦੀ ਉਦੋਂ ਹੋਣੀ ਜਿੱਦਣ ਇਹ ਗੁਰੂ ਗ੍ਰੰਥ ਸਾਹਿਬ ਨੂੰ ਟੁੱਟ ਗਏ। ਤੇ ਤੋੜਨ ਦੇ ਤਰੀਕੇ, ਉਹ ਕਦੇ ਚੋਲਾ ਪਾ ਕੇ ਵੀ ਤੋੜਨ ਵਾਲਾ ਆ ਜਾਂਦਾ ਜੇ, ਕਦੇ ਮੇਰੇ ਵਰਗੀ ਪੱਗ ਬੰਨ ਕੇ ਵੀ ਆ ਜਾਂਦਾ ਜੇ, ਕਦੇ ਉਹ ਕੱਲਾ ਬੈਠ ਕੇ ਵੀ ਆ ਜਾਂਦਾ ਜੇ, ਕਦੇ ਉਹ ਰਾਗੀਆਂ ਦੇ ਰੂਪ 'ਚ ਆ ਜਾਂਦਾ ਜੇ, ਕਦੇ ਉਹ ਸੰਤ ਬਣ ਕੇ ਆ ਜਾਂਦਾ ਜੇ ਚਿਮਟਿਆਂ ਨਾਲ। ਉਹ ਤੋੜਨ ਵਾਲੇ ਬੜੇ ਰੂਪ ਧਾਰਨ ਕਰ ਕਰਕੇ ਭੇਖੀਆਂ ਦੀ ਤਰ੍ਹਾਂ ਆਉਣਗੇ। ਪਰ ਯਾਦ ਰੱਖਿਆ, ਜੇ ਗੁਰੂ ਤੋਂ ਆਸ਼ਾ ਨਾ ਡਲਾਇਆ ਜੇ, ਕਦੇ ਵੀ ਮੇਰੀ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਬੁਲਾਰੇ ਤੁਸਾਂ ਨੇ ਸੁਣੇ, ਰੱਬ ਤੁਹਾਨੂੰ ਜ਼ਿੰਦਗੀ ਬਖਸ਼ੇ, ਤੇ ਤੁਸੀਂ ਕਿੰਨੇ ਕੁ ਮੇਰੇ ਵਰਗਿਆਂ ਨੂੰ ਸੁਣਨਾ ਹੈ। ਗੱਲ ਸ਼ਰਧਾ ਵਾਲੀ ਜਿਹੜੀ ਹੋਵੇ ਉਹਨੂੰ ਖਜ਼ਾਨੇ 'ਚ ਪਾ ਲਿਆ ਜੇ, ਨਸ਼ਰਦਕਤਾ ਨੂੰ ਛੱਡ ਦਿਆ ਜੇ, ਬੇੜੇ ਫੇਰ ਪਾਰ ਹੋਣੇ ਜੇ। ਜੇ ਤੁਸੀਂ ਜੁੜੇ ਹੋਏ ਹੋ, ਗੁਰੂ ਕਿਰਪਾ ਕਰੇ ਸਾਨੂੰ ਜੋੜੀ ਰੱਖੇ, ਸਾਨੂੰ ਤੋੜਨ ਵਾਲਿਆਂ ਦਾ ਸੰਗ ਨਾ ਕਰਾਏ, ਜੋੜਨ ਵਾਲਿਆਂ ਦਾ ਸੰਗ ਕਰਾਏ। ਜੁੜੇ ਰਹੀਏ, ਗੁਰੂ ਕੇ ਬਚਨ ਜਾਨ ਹਿਰਦਿਆਂ 'ਚ ਵਸਾਵਣੇ। ਸਤਿਗੁਰੂ ਗਰੀਬ ਨਵਾਜ ਦੀ ਸੰਗਤ ਨੇ ਗੁਰੂ ਦਾ ਲੜ ਪਕੜਨਾ, ਦਾਸ ਨੂੰ ਆਪ ਸੰਗਤ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦਾ ਕੂਕਰ ਜਾਣ ਕੇ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।